ਮਿੰਟੂ ਜੀ, ਇੱਧਰ ਜਿਹੜੇ ਡਿਪੋਰਟੇਸ਼ਨ ਦੀ ਤਲਵਾਰ ਚੱਲ ਰਹੇ ਨੇ ਵਿਦਿਆਰਥੀ, ਸੋ ਇੱਕ ਕਿਸੇ ਮੰਤਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਵੀ ਹੈ ਜੀ। ਅੱਜ ਕਿਹਨੇ ਕਿਹਾ ਕੁਝ ਬਣਨ ਦਾ ਪੱਖ ਪੂਰਿਆ? ਹਾਂਜੀ, ਜੈਸ਼ੰਕਰ ਜੀ ਨੇ ਵੀ ਅੱਜ ਇਹਦੇ ਤੇ ਟਿੱਪਣੀ ਕੀਤੀ ਆ ਮੇਰੇ ਖਿਆਲ ਨਾਲ। ਜਦੋਂ ਇਹ ਪ੍ਰੈਸ ਕਾਨਫਰੰਸ ਹੋ ਰਹੀ ਸੀਗੀ ਨਾ, ਮੈਂ ਪੂਰੀ ਤੇ ਨਹੀਂ ਸੁਣੀ ਉਹਨਾਂ ਦੀ ਟਿੱਪਣੀ, ਪਰ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਟਿੱਪਣੀ ਕੀਤੀ ਆ। ਇਹ ਆਸ ਜਤਾਈ ਹੈ ਕਿ ਕੈਨੇਡਾ ਦਾ ਜਿਹੜਾ ਸਿਸਟਮ ਆ ਉਹ ਜ਼ਿਆਦਤੀ ਨਹੀਂ ਕਰੇਗਾ, ਕਿਸੇ ਨਾਲ ਨਿਆਂ ਹੋਏਗਾ, ਇਹਨਾਂ ਬੱਚਿਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ। ਕੁਝ ਇਸ ਕਿਸਮ ਦੀ ਉਹਨਾਂ ਨੇ ਟਿੱਪਣੀ ਕੀਤੀ ਆ। ਤੇ ਦੂਜੀ ਚੀਜ਼ ਜਿਹੜੀ ਹੈ ਕਿ ਸਾਡੇ ਇੱਥੋਂ ਹੈਗੇ ਨੇ ਮੰਤਰੀ ਜਿਹੜੇ NRI ਮਿਨਿਸਟਰ ਕਹਿ ਲਓ, ਧਾਲੀਵਾਲ ਸਾਹਿਬ, ਉਹਨਾਂ ਦੇ ਕੋਲ ਹੁਣ NRI ਮੰਤਰਾਲਾ ਹੀ ਰਹਿ ਗਿਆ, ਬਾਕੀ ਤੇ ਸਾਰਾ ਜਿਹੜਾ ਨਾ ਇਹ NRI ਰਹਿ ਗਿਆ, ਬਾਕੀ ਸਾਰਾ ਗਈ ਹੋ ਗਿਆ ਜੀ। ਪੰਚਾਇਤ ਮਹਿਕਮਾ ਵੀ ਉਹਨਾਂ ਦੇ ਕੋਲੋਂ ਚਲੇ ਗਿਆ ਤੇ ਖੇਤੀਬਾੜੀ ਮਹਿਕਮਾ ਵੀ ਚਲੇ ਗਿਆ। ਹੁਣ ਉਹ ਸਿਰਫ ਤੁਹਾਡੇ ਮਾਮਲੇ ਹੀ ਨਜਿੱਠਣਗੇ, ਕਹਿਣ ਦਾ ਮਤਲਬ ਇਹੋ ਆ। ਤਾਂ ਉਹ ਅੱਜ ਗਏ ਸਨ AG ਦਫ਼ਤਰ, ਯਾਨੀ ਐਡਵੋਕੇਟ ਜਨਰਲ ਦੇ ਦਫ਼ਤਰ। ਉੱਥੇ ਜਾ ਕੇ ਉਹਨਾਂ ਨੇ ਕੋਈ ਕਾਨੂੰਨੀ ਸਲਾਹ ਮਸ਼ਵਰਾ ਕੀਤਾ ਤੇ ਫਿਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਬਈ ਅਸੀਂ ਇੱਧਰ ਕੈਨੇਡਾ ਦੇ ਵਿੱਚ, ਇੰਡੀਆ 'ਚ ਨਹੀਂ, ਕੈਨੇਡਾ 'ਚ ਇੱਕ ਵਕੀਲਾਂ ਦਾ ਪੈਨਲ, ਜਿਹੜੇ ਤੁਹਾਡੇ ਇੱਧਰ ਲੀਗਲ ਐਕਸਪਰਟ ਹੁੰਦੇ ਨੇ ਇਹਨਾਂ ਮਾਮਲਿਆਂ ਦੇ, ਕਿ ਉਹਨਾਂ ਦਾ ਇੱਕ ਪੈਨਲ ਜਿਹੜਾ ਉਹ ਬਣਾਵਾਂਗੇ ਤਾਂ ਕਿ ਇਹਨਾਂ ਬੱਚਿਆਂ ਲਈ ਅਸੀਂ ਲੜਾਈ ਵਿੱਢ ਸਕੀਏ ਜੀ। ਤੇ ਫਿਰ ਇਹਨਾਂ ਨੇ ਕੁਝ ਸਟੂਡੈਂਟਾਂ ਨਾਲ ਜਿਹੜੇ ਕਿ ਸ਼ਾਇਦ ਧਰਨੇ ਤੇ ਬੈਠੇ ਨੇ, ਉਹਨਾਂ ਨਾਲ ਗੱਲਬਾਤ ਵੀ ਕੀਤੀ ਆ, ਉਹਨਾਂ ਤੋਂ ਸਾਰੀ ਜਾਣਕਾਰੀ ਲਈ ਆ। ਇਹ ਹੁਣ ਪੁੱਛ ਰਿਹਾ ਸੀ ਪੁੱਤਰ ਏਜੰਟ ਦਾ ਨਾਂ ਤੇ ਦੱਸ ਦਿਓ। ਮਤਲਬ ਕਿ ਸਾਡਾ NRI ਮਿਨਿਸਟਰ ਹੁਣ ਪੁੱਛ ਰਿਹਾ ਕਿ ਉਹ ਏਜੰਟ ਕੌਣ ਜੀ? ਉਹ ਕਹਿੰਦੇ ਜੀ ਬ੍ਰਿਜੇਸ਼ ਮਿਸ਼ਰਾ। ਤੇ ਬ੍ਰਿਜੇਸ਼ ਮਿਸ਼ਰਾ ਕਿੱਥੇ ਆ? ਇਹਨਾਂ ਨੂੰ ਪੁੱਛੋ। ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਦੱਸੋ ਬੱਚਿਆਂ ਨੂੰ ਕਿ ਬ੍ਰਿਜੇਸ਼ ਮਿਸ਼ਰਾ ਹੈ ਕਿੱਥੇ ਆ। ਹਜ਼ੂਰ, ਬ੍ਰਿਜੇਸ਼ ਮਿਸ਼ਰਾ ਹੈ ਹੀ ਨਹੀਂ ਇੱਥੇ। ਸਮਝਿਆ ਜਾਂਦਾ ਹੈ ਕਿ ਉਹ ਇੱਥੋਂ ਸਾਰਾ ਕੁਝ ਵੇਚ ਵੱਟ ਕੇ ਨਿਕਲ ਗਿਆ, ਦੇਸ਼ ਦੇ ਵਿੱਚੋਂ ਹੀ ਨਿਕਲ ਗਿਆ। ਜਿਹੜਾ ਬੰਦਾ ਇੰਨਾ ਫਰੋਡੀ ਹੋ ਸਕਦਾ ਉਹਦੇ ਵਾਸਤੇ ਬਾਹਰ ਜਾਣਾ ਕਿੱਡੀ ਕੁ ਗੱਲ ਆ। ਤਾਂ ਖੈਰ, ਇਹਨਾਂ ਨੇ ਅੱਜ ਇੱਕ ਹੌਸਲਾ ਜ਼ਰੂਰ ਦਿੱਤਾ ਆ। ਵੈਸੇ ਹੋਰ ਵੀ ਲੀਡਰ ਜਿਹੜੇ ਲੱਗੇ ਹੋਏ ਨੇ ਚਾਰਾਜੋਈ ਕਰਨ ਦੇ ਵਿੱਚ, ਬਾਕੀ ਇੱਥੋਂ ਦੇ ਬੱਚਿਆਂ ਨੂੰ ਹੌਸਲਾ ਰੱਖਣਾ ਚਾਹੀਦਾ। ਕੋਈ ਗੱਲ ਨਹੀਂ, ਸਾਰੇ ਨਾਲ ਹੈ। ਇੱਧਰ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਰਦੇ ਆ, ਠੀਕ ਹੈ। ਇਹਨਾਂ ਦੀ ਰਾਜਨੀਤੀ ਦਾ ਇੱਕ ਮਿਆਰ ਹੈ ਆਪਣਾ, ਉਹਨੂੰ ਨੀਵਾਂ ਸਮਝ ਲਓ ਚਾਹੇ ਸਮਝ ਲਓ, ਪਰ ਇੱਧਰ ਦੇ ਲੋਕ ਤੁਹਾਡੇ ਵਾਸਤੇ ਫਿਕਰਮੰਦ ਨੇ। ਮਿੰਟੂ ਜੀ, ਤੁਸੀਂ ਜੀਓਪੋਲੀਟੀਕਲ ਮਸਲਿਆਂ ਨੂੰ ਕਾਫੀ ਕਲੋਜ਼ਲੀ ਵਾਚ ਕਰਦੇ ਹੋ, ਉਹਨਾਂ 'ਤੇ ਅਧਿਐਨ ਕਰਦੇ ਹੋ, ਅਤੇ ਜਦੋਂ ਜੀਓਪੋਲੀਟੀਕਲ ਮਸਲਿਆਂ ਦੀ ਗੱਲ ਹੋਵੇ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਦੀ, ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਖਬਰਾਂ ਦੇ ਦਾਇਰੇ ਵਿੱਚ ਆਉਂਦੀਆਂ ਨੇ ਜਿਨ੍ਹਾਂ 'ਤੇ ਤੁਸੀਂ 24/7 ਬੜੀ ਬਾਜ਼ ਨਿਗਾਹ ਰੱਖਦੇ ਹੋ। ਹੁਣ ਕੈਨੇਡਾ ਦੇ ਵਿੱਚ ਬੀਤੇ ਦਿਨੀ ਬਰੈਂਪਟਨ ਵਾਲੇ ਪਾਸੇ ਇੱਕ ਨਗਰ ਕੀਰਤਨ ਹੋਇਆ। ਨਗਰ ਕੀਰਤਨ ਦੇ ਵਿੱਚ ਇੱਕ ਫਲੋਟ ਸੀ ਅਜਿਹਾ ਜਿਹਦੇ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਦ੍ਰਿਸ਼ ਉਸ ਫਲੋਟ ਦੇ ਉੱਪਰ ਦਿਖਾਇਆ ਗਿਆ ਸੀ। ਉਸ ਫਲੋਟ ਨੂੰ ਲੈ ਕੇ ਹੁਣ ਭਾਰਤ ਦੀ ਸਰਕਾਰ ਵੱਲੋਂ ਇਤਰਾਜ਼ ਜਤਾਇਆ ਗਿਆ। ਕੀ ਕੁਝ ਕਿਹਾ ਜਾ ਰਿਹਾ ਤੇ ਕੀ ਅਪਡੇਟ ਹੈ ਜੀ ਇਸ ਬਾਰੇ? ਜੀ ਬਿਲਕੁਲ, ਵੈਸੇ ਤਾਂ ਦੇਖੋ ਵਿਜੇ ਜੀ, ਇਹ ਇੱਕ ਇਤਿਹਾਸਕ ਸੱਚ ਹੈ ਤੇ ਇਸ ਸੱਚ ਦੇ ਪਿੱਛੇ ਤੁਹਾਨੂੰ ਪਤਾ ਕਿ ਕੀ ਕੁਝ ਲੱਗਾ ਹੋਇਆ ਪੰਜਾਬ ਦਾ ਦਾਅ ਤੇ ਜੀ, ਇਹ ਸੱਚਾਈ ਆ। ਪਰ ਜਦੋਂ ਕੌਮਾਂਤਰੀ ਕੂਟਨੀਤੀ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਤਾਂ ਬਹੁਤ ਵੱਡੇ ਪੱਧਰ ਤੇ ਫੈਲਦੀਆਂ ਨੇ। ਤੁਸੀਂ ਪਿੱਛੇ ਚਲੇ ਜਾਓ ਥੋੜਾ ਜਿਹਾ, ਤੁਹਾਡੇ ਇੱਥੋਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਬੀਤੇ ਦਿਨੀ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਕਿ ਭਾਰਤ ਸਾਡੇ ਅੰਦਰੂਨੀ ਮਾਮਲਾ ਦੇ ਵਿੱਚ ਦਖਲ ਦੇ ਰਿਹਾ ਹੈ। ਉਹ ਇੱਕ ਬਹੁਤ ਵੱਡੀ ਸਟੇਟਮੈਂਟ ਸੀਗੀ, ਕਿਉਂਕਿ ਉਸੇ ਸ਼੍ਰੇਣੀ 'ਚ ਜਿੱਥੇ ਮਤਲਬ ਕਿ ਚਾਈਨਾ ਨੂੰ ਰੱਖਿਆ ਹੋਇਆ ਉਹਨਾਂ ਨੇ, ਉੱਥੇ ਇੰਡੀਆ ਨੂੰ ਰੱਖ ਕੇ ਉਹ, ਕਿਉਂਕਿ ਚਾਈਨਾ ਤਾਂ ਸਿੱਧੇ ਤੌਰ ਤੇ ਇੱਥੋਂ ਤੱਕ ਵੀ ਕਈ ਵਾਰ ਦੋਸ਼ਾਂ ਦਾ ਸਾਹਮਣਾ ਕਰਦਾ ਕਿ ਚੋਣਾਂ ਨੂੰ ਪ੍ਰਭਾਵਿਤ ਕਰਦਾ। ਬਿਲਕੁਲ, ਉਸ ਨੂੰ ਲੈ ਕੇ ਕਾਫੀ ਕੰਟਰੋਵਰਸੀ ਬਣੀ ਹੋਈ ਹੈ ਉਸ ਚੀਜ਼ ਨੂੰ ਲੈ ਕੇ। ਬਿਲਕੁਲ ਮਿੰਟੂ ਜੀ। ਜੀ ਬਿਲਕੁਲ, ਤਾਂ ਉਹੀ US ਦੇ ਵਿੱਚ ਵੀ ਹੈ, ਈਵਨ ਦੈਟ ਕਿ ਆਸਟ੍ਰੇਲੀਆ ਤੱਕ ਵੀ ਹੈ ਮਸਲਾ। ਤਾਂ ਉੱਥੇ ਉਸ ਸ਼੍ਰੇਣੀ ਦੇ ਵਿੱਚ ਇੰਡੀਆ ਨੂੰ ਰੱਖਣਾ ਇੱਕ ਬਹੁਤ ਵੱਡੀ ਸਟੇਟਮੈਂਟ ਸੀਗੀ, ਔਰ ਸਟੇਟਮੈਂਟ ਕਿਹਦੇ ਵੱਲੋਂ ਆ? NSA ਵੱਲੋਂ ਜੀ। ਇਹ ਬਹੁਤ ਵੱਡੀ ਗੱਲ ਹੈ। ਜਿੱਦਾਂ ਇੱਧਰ ਡੋਵਾਲ ਸਾਹਿਬ ਨੇ, ਉਹਨਾਂ ਦੇ ਹਮਰੁਤਬਾ ਜੀ। ਤਾਂ ਦੂਸਰੇ ਪਾਸੇ ਫਿਰ ਇਸ ਮਸਲੇ ਤੇ ਜੈ ਸ਼ੰਕਰ ਜੀ ਦਾ ਬਿਆਨ ਆ ਜਾਣਾ, ਇਹ ਆਪਣੇ ਆਪ ਦੇ ਵਿੱਚ ਖਾਸਾ ਵੱਡਾ ਮਾਮਲਾ ਹੈ, ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਛੇਤੀ ਕਿਤੇ ਰਿਐਕਟ ਨਹੀਂ ਕਰਦੇ, ਪਰ ਕਿਉਂਕਿ ਜੈ ਸ਼ੰਕਰ ਅੱਜ ਕੱਲ ਤੁਹਾਨੂੰ ਪਤਾ ਥੋੜਾ ਜ਼ਿਆਦਾ ਬੋਲ ਰਹੇ ਨੇ, ਇਹਨਾਂ ਮੁੱਦਿਆਂ ਤੇ ਖੁੱਲ ਕੇ ਬੋਲ ਰਹੇ ਨੇ, ਇਸ ਵੇਲੇ ਉਹ ਯਾਤਰਾ ਤੇ ਨੇ, ਤਾਂ ਉਹਨਾਂ ਨੇ ਇਹਦੇ ਤੇ ਟਿੱਪਣੀ ਖੁੱਲ ਕੇ ਕਰ ਦਿੱਤੀ ਹੈ ਜੀ। ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਨਿਕਲੀ ਹੈ ਝਾਕੀ ਕਹਿ ਲਈਏ ਆਪਾਂ ਪੰਜਾਬੀ ਦੇ ਵਿੱਚ, ਤਾਂ ਇਹਨਾਂ ਨੇ ਕਿਹਾ ਕਿ ਇਹ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਵਾਸਤੇ ਸਹੀ ਨਹੀਂ ਹੈ ਜੀ। ਇਹ ਬਹੁਤ ਵੱਡੀ ਸਟੇਟਮੈਂਟ ਹੈ। ਫਿਰ ਉਹ ਕਹਿੰਦੇ ਕਿ ਦੇਖੋ, ਸਾਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੋਣ ਦਿੱਤਾ ਗਿਆ। ਵੋਟ ਬੈਂਕ ਦੀ ਰਾਜਨੀਤੀ ਤੋਂ ਇਲਾਵਾ ਇਹਦੇ ਪਿੱਛੇ ਕੋਈ ਦੂਸਰੀ ਵਜ੍ਹਾ ਨਹੀਂ ਦਿਸਦੀ। ਉਹ ਇਸ ਨੂੰ ਵੋਟ ਦੀ ਰਾਜਨੀਤੀ ਨਾਲ ਜੋੜ ਰਹੇ ਆ। ਉਹ ਕਹਿੰਦੇ ਆ ਕਿ ਜੋ ਵੱਖਵਾਦੀਆਂ ਨੂੰ ਛੂਟ ਦਿੱਤੀ ਗਈ ਹੈ, ਮਤਲਬ ਕਿ ਖਾਲਿਸਤਾਨੀਆਂ ਨੂੰ, ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਇਹ ਨੁਕਸਾਨ ਸਿਰਫ ਭਾਰਤ ਨੂੰ ਨਹੀਂ, ਇਹ ਕੈਨੇਡਾ ਵਾਸਤੇ ਵੀ ਅੱਛਾ ਨਹੀਂ ਹੈ।
ਤਾਂ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਲਓ 3-4 ਪੰਕਤੀਆਂ ਦੀ ਜੇ ਕੁਛ ਕੁ ਇਹਦੇ ਵਿੱਚ ਸੈਂਟੈਂਸ ਨੇ, ਪਰ ਇਹ ਕਿੰਨੀ ਜ਼ਿਆਦਾ ਉਹ ਭਾਰੀ ਹੈ ਜੀ। ਤਾਂ ਹੁਣ ਜਿਵੇਂ ਉਧਰੋਂ ਵੀ ਭਾਰੀ ਤੇ ਇਧਰੋਂ ਵੀ ਭਾਰੀ, ਤਾਂ ਵਿਚਾਲੇ ਕੀ ਸੀਗਾ ਕਿ ਇੱਕ ਉਮੀਦ ਇਹ ਵੱਜਦੀ ਸੀਗੀ ਕਿ ਸ਼ਾਇਦ FTA ਇਧਰੋਂ ਵੀ ਸਾਈਨ ਹੋ ਜਾਏਗਾ, ਜਿਹੜਾ ਫ੍ਰੀ ਟ੍ਰੇਡ ਕਹਿ ਲਓ ਕਿ ਮਸਲਾ ਜੀ, ਫ੍ਰੀ ਟ੍ਰੇਡ ਵਾਲਾ ਐਗਰੀਮੈਂਟ, ਉਹਨੂੰ ਲੈ ਕੇ ਗੱਲਬਾਤ ਚੱਲਦੀ ਪਈ ਸੀ ਜੀ ਪਿਛਲੇ ਕੁਝ 2 ਸਾਲਾਂ ਤੋਂ। ਹਾਂਜੀ ਬਿਲਕੁਲ ਇੱਕ ਉਮੀਦ ਦਾ ਕਹਿ ਲਓ ਕਿ ਪੂਰਾ ਇੱਧਰ ਸੀਗਾ ਕਿ ਹਾਂ ਬਈ FTA ਜਿਹੜਾ ਹੈ ਉਹ ਸਾਈਨ ਹੋ ਜਾਏਗਾ, ਕਿਉਂਕਿ ਇੰਡੀਆ ਬਹੁਤ ਜਲਦੀ ਇਹ ਸਾਰੀਆਂ ਚੀਜ਼ਾਂ ਨਿਬੇੜਨਾ ਚਾਹੁੰਦਾ, ਤਾਂ ਸਾਰਿਆਂ ਨੂੰ ਹੈ ਵੈਸੇ ਬਾਜ਼ਾਰ ਕਿਹਨੂੰ ਨਹੀਂ ਪੈ ਰਿਹਾ। ਤਾਂ ਇਸ ਕਰਕੇ ਹੁਣ ਮੈਨੂੰ ਇਹ ਲੱਗਦਾ ਕਿ ਇਹਨਾਂ ਚੀਜ਼ਾਂ ਤੇ ਅਸਰ ਪਵੇਗਾ। ਵੈਸੇ ਹੀ ਤੁਸੀਂ ਦੇਖੋਗੇ ਟਰੂਡੋ ਸਰਕਾਰ ਹੋਵੇ ਤਾਂ ਨਰਿੰਦਰ ਮੋਦੀ ਸਰਕਾਰ ਹੋਵੇ, ਇਹਨਾਂ ਦੀ ਆਪਸ ਦੇ ਵਿੱਚ ਉਹ ਚੱਲੀ ਜਾਂਦੀ ਹੈ ਨਾ। ਫਿਰ ਹੀ ਉਹ ਜਸਪਾਲ ਜਿਹੜਾ ਸੀਗਾ ਕੋਈ, ਤਾਂ ਉਹਦਾ ਮਸਲਾ ਵੀ ਵਿੱਚ ਨਿਕਲ ਆਇਆ। ਤਾਂ ਇਹ ਮਸਲੇ ਜਿਹੜੇ ਆ ਇਸ ਤਰ੍ਹਾਂ ਜਦੋਂ ਸਟੇਟਮੈਂਟਾਂ ਦੇ ਵਿੱਚੋਂ ਉਜਾਗਰ ਹੁੰਦੇ ਆ, ਉਹ ਕੱਲੀਆਂ ਸਟੇਟਮੈਂਟਾਂ ਨਹੀਂ ਵਿਜੇ ਜੀ, ਤਾਂ ਉਹ ਕਿਤੇ ਨਾ ਕਿਤੇ ਜੋ ਭਵਿੱਖ ਦੇ ਵਿੱਚ ਯੋਜਨਾਵਾਂ ਹੁੰਦੀਆਂ ਉਹਨਾਂ ਤੇ ਅਸਰਕਾਰਕ ਜ਼ਰੂਰ ਹੁੰਦੇ ਨੇ। ਜੀ ਮਿੰਟੂ ਜੀ, ਇੱਧਰ ਜੀ ਗੱਲ ਕਰੀਏ ਜੀ ਪੰਜਾਬ ਦੀ ਸਰਕਾਰ ਦੀ, ਤੇ ਜਿਹੜੇ ਇਸ਼ੂ ਨੂੰ ਲੈ ਕੇ ਹੁਣ ਕਾਫੀ ਗੱਲ ਚੱਲ ਰਹੀ ਆ 2 ਸ਼ਾਦੀਆਂ ਵਾਲੇ ਮਾਮਲੇ ਨੂੰ ਲੈ ਕੇ, ਹੁਣ ਸਿੱਧੂ ਨੇ CM ਮਾਨ ਨੂੰ ਖੁੱਲ੍ਹਾ ਚੈਲੰਜ ਕਰਤਾ ਜੀ। ਕੀ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ? ਬਿਲਕੁਲ ਦੇਖੋ ਗੱਲ ਇਹ ਆ ਕਿ ਅਸਲੀ ਮੁੱਦੇ ਤੇ ਆ ਹੀ ਨਹੀਂ ਰਹੇ, ਨਾ ਹੁਕਮਰਾਨ ਧਿਰ ਵਾਲੇ ਤੇ ਨਾ ਵਿਰੋਧੀ ਧਿਰ ਵਾਲੇ। ਵਿਰੋਧੀ ਧਿਰ ਵਾਲੇ ਵੀ ਹੁਣ ਤੁਸੀਂ ਦੇਖੋ ਗੱਲ ਤਾਂ ਉੱਥੇ ਸੀਗੀ ਕਿ ਤੁਸੀਂ ਏਕਤਾ ਕੀਤੀ, ਠੀਕ ਹੈ, ਹਮਦਰਦ ਸਾਹਿਬ ਦੀ ਹਮਾਇਤ ਕਰਨ ਗਏ, ਪਰ ਉਲਟਾ ਤੁਸੀਂ ਆਪਣੇ ਆਪ ਹੀ ਫਸ ਗਏ। ਬਾਜਵਾ ਸਾਹਿਬ ਦੀ ਵੀ ਬਾਅਦ ਦੇ ਵਿੱਚ ਹੋ ਗਈ ਕੰਟਰੋਵਰਸੀ, ਸਿੱਧੂ ਸਾਹਿਬ ਦੀ ਵੀ ਹੋ ਗਈ, ਮਜੀਠੀਆ ਦੀ ਜੱਫੀ ਵੀ ਜੱਫੀ ਨੂੰ ਜੱਫੇ ਪੈ ਗਏ। ਤਾਂ ਬਈ ਤੁਸੀਂ ਖੱਟਿਆ ਕੀ? ਉਹਨੇ ਨਾ ਬਾਰੀ ਬਰਸੀ ਖੱਟਣ ਗਿਆ, ਤਾਂ ਤੁਸੀਂ ਕੀ ਖੱਟਿਆ? ਕੁਛ ਵੀ ਨਹੀਂ, ਨਿੱਲ ਵਟਾ ਸਨਾਟਾ ਤੁਹਾਡੇ ਪੱਲੇ। ਤਾਂ ਜਦ ਕਿ ਮਾਨ ਸਾਹਿਬ ਦਾ ਦਾਅ ਫੱਬ ਗਿਆ, ਉਹ ਫਿਰ ਇਹਨਾਂ ਚੀਜ਼ਾਂ ਤੇ ਤਾਂ ਪੂਰੇ ਖਿਡਾਰੀ ਆ ਨਾ, ਗੱਲ ਦਾ ਜਵਾਬ ਦੇਣਾ ਤਾਂ ਉਹਨਾਂ ਤੋਂ ਬਿਹਤਰ ਕਿਹਨੂੰ ਆਉਂਦਾ। ਤਾਂ ਉਹਨਾਂ ਨੇ ਕਹਿ ਦਿੱਤਾ ਕਿ ਬਈ ਆਹ ਕੁਛ ਤੁਸੀਂ ਵੀ ਏਦਾਂ ਹੀ ਪੈਦਾ ਹੋਏ ਹੋ। ਤਾਂ ਹੁਣ ਇਹਨਾਂ ਨੇ ਫਿਰ ਰਿਐਕਟ ਕੀਤਾ ਉਸ ਪ੍ਰਤੀਕਰਮ ਤੇ। ਬੀਬੀ ਸਿੱਧੂ ਨੇ ਵੀ ਟਵੀਟ ਕਰ ਦਿੱਤਾ। ਉਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਲੰਮੀ ਚੌੜੀ ਪੋਸਟ ਪਾਈ ਆ, ਪਰ ਇਹਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਹੈ, ਮਤਲਬ ਕਿ ਉਹ ਕਹਿੰਦੇ ਆ ਕਿ ਜਿੱਦਾਂ ਉਹਨਾਂ ਦਾ ਇੱਕ ਅੰਦਾਜ਼ ਹੈ, ਉਹ ਕਹਿੰਦੇ ਕਿ ਤੂੰ ਨਾ ਇੱਧਰ ਕੀ ਕਰ, ਤੂੰ ਨਾ ਉਧਰ ਕੀ ਕਰ, ਇਹ ਬਤਾ ਕਿ ਕਾਫਲਾ ਕਿਉਂ ਲੁੱਟਾ, ਪੰਜਾਬ ਕਿਉਂ ਲੁੱਟਾ, ਉਹ ਕੁਛ ਇਸ ਤਰ੍ਹਾਂ ਬਦਲ ਦਿੰਦੇ ਹੁੰਦੇ ਆ। ਤਾਂ ਦੂਸਰੇ ਪਾਸੇ ਉਹਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਆਪ ਪੰਜਾਬ ਦੇ ਜਿਹੜੇ ਇਸ ਵੇਲੇ ਹੈਗੇ ਆ ਬਹੁਤ ਜਵਲੰਤ ਮੁੱਦੇ ਆ ਜਿਹੜੇ, ਤਾਂ ਉਹ ਉਹਨਾਂ ਤੋਂ ਭੱਜੇ। ਤੁਸੀਂ ਮੇਰੀ ਬਿਮਾਰ ਪਤਨੀ ਦੇ ਗਲਤ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰੋ, ਮੈਂ ਪੂਰੀ ਦੁਨੀਆ ਨੂੰ ਇੱਕ ਵਾਰ ਫੇਰ ਸਪਸ਼ਟ ਕਰ ਦਿੰਦਾ। ਉਹ ਕਹਿੰਦੇ ਕਿ ਤੁਸੀਂ ਮੁੱਦਿਆਂ ਤੋਂ ਭੱਜੋ। ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੇਰੀ ਬੀਬੀ ਬਿਮਾਰ ਹੈ, ਉਹਦੇ ਬਿਆਨ ਤੋਂ ਮਤਲਬ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰੋ। ਵੈਸੇ ਇਹਨਾਂ ਨੇ ਮਿਸਪ੍ਰਿੰਟ ਕੀਤਾ ਹੋਇਆ। ਤਾਂ ਉਹਦੇ 'ਚ ਕਹਿੰਦੇ ਆ ਕਿ ਜੀ ਦੇਖੋ, ਮੈਂ ਪੂਰੀ ਦੁਨੀਆ ਨੂੰ ਇੱਕ ਵਾਰ ਫੇਰ ਸਪਸ਼ਟ ਕਰ ਦਿੰਦਾ, ਮੇਰੇ ਪਿਤਾ ਪ੍ਰਸਿੱਧ ਆਜ਼ਾਦੀ ਘੁਲਾਟੀਏ, MLA, MLC ਤੇ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਨੇ। 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਿਰਫ ਇੱਕੋ ਵਾਰ ਸ਼ਾਦੀ ਕੀਤੀ ਸੀ, ਮਾਂ ਨੇ 2 ਵਾਰ ਸ਼ਾਦੀ ਕੀਤੀ ਹੈ, ਜਦ ਕਿ ਉਹਨਾਂ ਦੀ ਮਤਲਬ ਕਿ ਔਲਾਦ ਪਹਿਲਾਂ ਹੀ ਸੀ, 2 ਬੇਟੀਆਂ ਸੀ, CM ਸਾਹਿਬ, ਭਗਵੰਤ ਮਾਨ। ਤਾਂ ਇਹੀ ਗੱਲ ਅੱਜ ਬੀਬੀ ਸਿੱਧੂ ਨੇ ਵੀ ਕਹੀ ਸੀ, ਮਤਲਬ ਕਿ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪੈ ਗਿਆ। ਇਹੀ ਤੇ ਭਗਵੰਤ ਮਾਨ ਚਾਹੁੰਦੇ ਸੀਗੇ, ਤਾਂ ਉਲਝਾ ਲਿਆ, ਤਾਂ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ। ਪਰ ਹੁਣ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਚੀਜ਼ ਹੋਰ ਕਹੀ ਹੈ ਕਿ ਹੁਣ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਬਈ ਖੁੱਲੀ ਬਹਿਸ ਵਾਸਤੇ ਮੇਰਾ ਸੱਦਾ ਹੈ, ਮੇਰਾ ਨਿਯੋਤਾ ਹੈ ਕਿ ਆ ਜਾ ਬਾਈ ਪੰਜਾਬ ਦੇ ਮੁੱਦਿਆਂ ਤੇ। ਤਾਂ ਮੈਨੂੰ ਲੱਗਦਾ ਕਿ ਇੱਥੇ ਆ ਕੇ ਹੁਣ ਪ੍ਰਤੀਕਰਮ ਦੇਣਾ ਬਣਦਾ ਹੈ ਲਾਸਟ ਪੰਕਤੀ ਤੇ, ਕਿ ਜਿਹੜਾ ਬਹਿਸ ਵਾਸਤੇ, ਡਿਬੇਟ ਵਾਸਤੇ ਚੈਲੰਜ ਕੀਤਾ ਜਾ ਰਿਹਾ ਨਾ, ਕਿ ਆਪਾਂ ਮੁੱਦਿਆਂ ਤੇ। ਤਾਂ ਮੈਨੂੰ ਲੱਗਦਾ ਜਿੱਦਾਂ ਤੁਹਾਡੇ ਇੱਧਰ ਪੱਛਮ ਦੇ ਵਿੱਚ ਬੜੀ ਇਹ ਰੌਚਕ ਹੁੰਦੀ ਹੈ ਡਿਬੇਟ, ਜਦੋਂ ਇਸ ਤਰ੍ਹਾਂ ਹੁਕਮਰਾਨ ਧਿਰ ਜਾਂ ਵਿਰੋਧੀ ਧਿਰ ਕਰਦੀ ਹੈ। ਤੁਹਾਡੇ ਤਾਂ ਮੈਂ ਦੇਖਦਾ ਰੇਡੀਓ ਤੇ ਵੀ ਆ ਕੇ ਬਹੁਤ ਵਧੀਆ ਡਿਬੇਟ ਹੁੰਦੇ ਨੇ, ਟਾਕ ਸ਼ੋ ਹੁੰਦੇ ਨੇ, ਬਹੁਤ ਵਧੀਆ। ਤਾਂ ਉਹ ਚੀਜ਼ ਸਾਡੇ ਇੱਧਰ ਘੱਟ ਹੈ, ਤੇ ਹੁਣ ਸ਼ੁਰੂ ਹੋ ਜਾਣੀ ਚਾਹੀਦੀ ਹੈ। ਸ਼ਾਦੀਆਂ ਸ਼ੁਦੀਆਂ ਛੱਡੋ, ਹੋ ਗਈਆਂ, ਬੈਂਡ ਵਾਜੇ ਵੱਜ ਗਏ, ਕਬੀਲਦਾਰੀਆਂ ਨਿਭ ਗਈਆਂ, ਉੱਥੇ ਕਰਵਾਉਣ ਵਾਲੇ ਵੀ ਚਲੇ ਗਏ। ਹੁਣ ਤੁਸੀਂ ਇਹਦੇ ਤੇ ਆ ਜਾਓ ਕਿ ਆਹ ਡਿਬੇਟ ਕਰ ਲਓ, ਕੌਣ ਸੱਚਾ ਹੈ ਕੌਣ ਝੂਠਾ, ਤੁਸੀਂ ਖੇਡੋ। ਲੋਕ ਅੰਪਾਇਰ ਨੇ, ਲੋਕ ਰੈਫਰੀ, ਉਹ ਦੇਖ ਲੈਣਗੇ। ਇਹਦੇ ਵਿੱਚ ਤਾਂ ਕੁਝ ਵੀ ਨਹੀਂ ਨਿਕਲਣਾ। ਤੇ ਉਹਨੇ ਫਲਾਣੇ ਨੇ 2 ਕੀਤੀਆਂ, ਫਲਾਣੇ ਨੇ 1 ਕੀਤੀ, ਫਲਾਣੇ ਨੇ 3ਵੀਂ ਬਦਲ, ਇਹ ਕੁਝ ਵੀ ਨਹੀਂ ਹੈ। ਸਾਡੇ ਬਹੁਤ ਸਾਰੇ ਮੁੱਦੇ ਆ। ਤੁਸੀਂ ਦੇਖੋ ਵਿਜੇ, ਜਿਵੇਂ ਤੁਹਾਨੂੰ ਦੱਸ ਦਿੰਦਾ, ਟਾਈਮ ਆਪਣੇ ਕੋਲ ਘੱਟ ਹੁੰਦਾ, ਕਿ ਦੇਖੋ
ਸਾਡਾ RDF ਉਹਨਾਂ ਨੇ ਰੋਕਿਆ ਹੋਇਆ, ਉੱਤੋਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਦਿੱਤਾ। ਉਹ ਕਹਿੰਦੇ ਆਮ ਆਦਮੀ ਕਲੀਨਿਕ ਜਿਹੜਾ ਹੈ ਉਹਦਾ ਨਾਮ ਬਦਲੋ। ਠੀਕ ਹੈ ਜੀ। ਫਿਰ ਉਤੋਂ 3% ਜਿਹੜਾ ਮਿਲਦਾ ਸੀਗਾ ਪ੍ਰੋਕਿਉਰਮੈਂਟ ਤੇ, ਫਸਲ ਦੀ ਪ੍ਰੋਕਿਉਰਮੈਂਟ ਤੇ, ਉਹ ਉਹਨਾਂ ਨੇ ਬੈਲੈਂਸ ਸ਼ੀਟ ਚੋਂ ਹਟਾ ਦਿੱਤਾ ਜੀ। ਹਰੇਕ ਸਾਲ ਦਾ 1500 ਕਰੋੜ ਦਾ ਉਹ ਘਾਟਾ। ਇਸ ਤੋਂ ਇਲਾਵਾ ਜੋ ਅੱਜ ਦਾ ਅਮਰੀਕਾ ਦੇ ਵਿੱਚ ਉਹ ਕਰਜ਼ੇ ਵਾਲੀ ਸੀਲਿੰਗ ਦਾ ਰੌਲਾ ਪੈਂਦਾ ਸੀਗਾ, ਇਹਨਾਂ ਨੇ ਵਧਾ ਲਈ ਆ ਨਾ। ਸਾਡੇ ਇੱਥੇ ਕੀ ਹੋਇਆ ਕਿ ਜੋ 39,000 ਕਰੋੜ ਦੀ ਸੀ ਉਹ ਘਟਾ ਦਿੱਤੀ ਉਹਨਾਂ ਨੇ ਸਾਲ ਦੀ। ਉਲਟਾ ਇਹ ਹੈ ਕਿ ਪੰਜਾਬ ਸਿਰਫ 21,000 ਕਰੋੜ ਲੋਨ ਲੈ ਸਕੇਗਾ ਇੱਕ ਸਾਲ ਦਾ, ਜਿਹਦੀ ਕਿ ਇੰਨੀ ਕੁ ਤੇ ਵਿਆਜ ਹੀ ਜਾਂਦੀ ਹੈ ਕਰਜ਼ੇ ਦੀ ਜੀ। ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੱਡੇ ਵੱਡੇ ਮੁੱਦੇ ਨੇ ਸਾਡੇ ਸਾਹਮਣੇ ਜੀ। ਪੌਣ ਪਾਣੀ ਤੋਂ ਲੈ ਕੇ ਪੈਸੇ ਧੇਲੇ ਤੱਕ ਸਾਰੇ ਪਾਸੇ ਹੀ ਅਸੀਂ ਫਸੇ ਪਏ ਆ, ਤੇ ਇਹ ਸ਼ਾਦੀਆਂ ਚ ਹੀ ਨਹੀਂ ਨਿਕਲ ਰਹੇ। ਨਾਲੇ ਸਾਰੇ 50 55 60 65 ਦੇ ਹੋ ਗਏ, ਪਰ ਹਾਲੇ ਵੀ ਇਹਨਾਂ ਦੇ ਦਿਲ ਦੇ ਵਿੱਚ ਨਾ ਬੈਂਡ ਬਾਜੇ ਵੱਜੀ ਜਾਂਦੇ ਆ ਜੀ। ਮਿੰਟੂ ਜੀ, ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫੇਰ ਤੋਂ ਮਾਫੀ ਮੰਗੀ ਹੈ ਜੀ ਅੱਜ। ਹਾਂਜੀ, ਇਹ ਮਾਫੀ ਇਹਨਾਂ ਨੇ ਮੰਗੀ ਹੈ ਕਿ ਜਾਣੇ ਅਣਜਾਣੇ ਚ ਯਾਰ ਮੇਰੇ ਤੋਂ ਜੇ ਕੋਈ ਗਲਤੀ ਹੋ ਗਈ ਆ ਤੇ ਮਾਫ ਕਰੋ, ਤੁਸੀਂ ਆ ਜਾਓ। ਉਹ ਮਤਲਬ ਕਿ ਆਵਾਜ਼ ਮਾਰਦੇ ਆਪਣੇ ਸਾਥੀਆਂ ਨੂੰ ਜਿਹੜੇ ਚਲੇ ਗਏ ਨੇ ਰੁੱਸ ਕੇ, ਕਿ ਤੁਸੀਂ ਘਰ ਵਾਪਸੀ ਕਰ ਲਵੋ, ਕੋਈ ਗੱਲ ਨਹੀਂ, ਜਾਣੇ ਅਣਜਾਣੇ ਚ ਜੇ ਕੋਈ ਗਲਤੀ ਹੋ ਗਈ ਹੈ ਤੇ ਮਾਫ ਕਰੋ, ਖਿਮਾ ਦੀ ਇਜਾਜ਼ਤ ਹੈ। ਇਹ ਅੱਜ ਸੰਬੋਧਨ ਕਰ ਰਹੇ ਸਨ। ਇਹਨਾਂ ਨੇ ਝਿੰਜਰ ਸਾਹਿਬ ਨੂੰ ਯੂਥ ਦਾ ਕਹਿ ਲਓ ਕਿ ਕਮਾਂਡਰ ਬਣਾ ਦਿੱਤਾ, ਹਰਿਆਵਲ ਦਸਤਾ ਜਿਸ ਨੂੰ ਦੱਸਦੇ ਹੁੰਦੇ ਸਨ। ਤਾਂ ਦੂਸਰੇ ਪਾਸੇ ਇਹਨਾਂ ਨੇ ਜਿਹੜੇ ਲੀਡਰ ਇਹਨਾਂ ਦੇ ਨਾਲੋਂ ਗਏ, ਚਾਹੇ ਕੋਈ ਢੀਂਡਸਾ ਸਾਹਿਬ ਹੋਣ ਤੇ ਚਾਹੇ ਕੋਈ ਬੀਬੀ ਜਗੀਰ ਕੌਰ ਹੋਣ, ਇਸ ਤਰੀਕੇ ਦੇ ਜਿਹੜੇ ਲੀਡਰ ਚਲੇ ਗਏ, ਉਹਨਾਂ ਨੂੰ ਸੱਦਾ ਜ਼ਰੂਰ ਦਿੱਤਾ ਕਿ ਵਾਪਸ ਆ ਜਾਓ, ਵਾਪਸ ਆ ਜਾਓ। ਪਰ ਉਹ ਹੁਣ ਅੱਗੋਂ ਕਹਿੰਦੇ ਕਿ ਬਈ ਗੱਲ ਤੇ ਉੱਥੇ ਦੀ ਉੱਥੇ ਖਲੋਤੀ ਆ ਜੀ। ਅਸੀਂ ਜਿਸ ਕਰਕੇ ਗਏ ਸੀਗੇ, ਹੁਣ ਦੇਖੋ ਸਿੱਧਾ ਸਾਫ਼ ਸਪਸ਼ਟ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਬਈ ਹਜ਼ੂਰ ਤੁਸੀਂ ਪਾਸੇ ਹੋ ਜਾਓ, ਅਕਾਲੀ ਦਲ ਤੇ ਸਾਡੀ ਆਪਣੀ ਮਾਂ ਪਾਰਟੀ ਹੈ, ਇਹਦੇ ਗੋਦ ਦੇ ਵਿੱਚ ਤੇ ਆ ਹੀ ਜਾਣਾ ਅਸੀਂ ਕੋਈ ਬਗਾਨੇ ਥੋੜੀ ਆ, ਬਸ ਤੁਸੀਂ ਲਾਂਭੇ ਹੋ ਜਾਓ। ਮਸਲਾ ਤੇ ਇਹੋ ਆ, ਗਰਾਰੀ ਫੇਰ ਇੱਥੇ ਆ ਕੇ ਅੜ ਜਾਂਦੀ ਹੈ। ਸੋ ਗੱਲ ਇਹ ਆ ਕਿ ਇਹਨਾਂ ਨੇ ਸੱਦਾ ਜ਼ਰੂਰ ਦਿੱਤਾ ਹੈ। ਢੀਂਡਸਾ ਸਾਹਿਬ ਆਪ ਤੇ ਨਹੀਂ ਬੋਲੇ, ਉਹਨਾਂ ਦੇ ਸੁਪੁੱਤਰ ਹੈ ਪਰਮਿੰਦਰ ਸਿੰਘ ਢੀਂਡਸਾ, ਉਹ ਜ਼ਰੂਰ ਬੋਲੇ ਆ ਕਿ ਦੇਖੋ ਤੁਸੀਂ ਫੇਲ ਹੋਏ ਹੋ, ਕਦਮ ਦਰ ਕਦਮ ਤੁਸੀਂ ਫੇਲ ਹੋਏ ਹੋ, ਤੁਸੀਂ ਕਦੇ ਜ਼ਿੰਮੇਵਾਰੀ ਓਟੀ ਨਹੀਂ, ਭਾਵ ਅਸਤੀਫਾ ਕਦੇ ਦਿੱਤਾ ਹੀ ਨਹੀਂ ਹੈ, ਕਦੇ ਵੀ ਪ੍ਰਧਾਨਗੀ ਛੱਡੀ ਨਹੀਂ ਹੈ। ਉਹ ਕਹਿੰਦੇ ਕਿ ਸਾਡੀ ਬਸ ਇਹੋ ਹੀ ਲੜਾਈ ਹੈ, ਹੋਰ ਲੜਾਈ ਕਾਹਦੀ ਹੈ। ਤਾਂ ਫਿਰ ਇਹ ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਕਰ ਦੇਣ ਪੂਰਨ ਤੌਰ ਤੇ, ਮਸਲਾ ਹੀ ਹੱਲ ਹੈ, ਸਾਡੀ ਵਾਪਸੀ ਹੀ ਵਾਪਸੀ ਹੈ। ਤਾਂ ਹੁਣ ਗਰਾਰੀ ਤੇ ਇੱਥੇ ਫਸਦੀ ਹੈ। ਇਹਨਾਂ ਨੂੰ ਪਤਾ ਹੈ ਕਿ SGPC ਚੋਣਾਂ ਆ ਗਈਆਂ ਤਾਂ ਫਿਰ ਮਸਲਾ ਔਖਾ ਹੈ। ਤੇ ਦੂਜੇ ਪਾਸੇ ਜਿਹੜੇ ਉਹ ਦਲ ਦੇ ਵਿੱਚ ਮੰਨ ਲਓ ਚਲੇ ਜਾਂਦੇ ਆ, ਜਿਹੜੇ ਦਲ ਇਹਨਾਂ ਦੀ ਵਿਰੋਧਤਾ ਦੇ ਵਿੱਚ, ਇਹਨਾਂ ਦੇ ਆਪਣੇ ਲੀਡਰ, ਤੇ ਉਹਨਾਂ ਨੂੰ ਤਾਂ ਫਿਰ ਕਮਜ਼ੋਰੀਆਂ ਦਾ ਵੀ ਪਤਾ ਹੁੰਦਾ ਹੈ। ਸੋ ਇਸ ਕਰਕੇ ਇਹ ਆਵਾਜ਼ ਮਾਰ ਰਹੇ ਆ ਕਿ ਆ ਜਾਓ ਯਾਰ, ਵਾਪਸ ਆ ਜਾਓ। ਤਾਂ ਉਹ ਕਹਿ ਰਹੇ ਆ ਕਿ ਨਹੀਂ ਤੁਸੀਂ ਚਲੇ ਜਾਓ, ਅਸੀਂ ਤੁਹਾਡੀ ਜਗ੍ਹਾ ਤੇ ਇੱਥੇ ਆ ਜਾਵਾਂਗੇ, ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ। ਮਿੰਟੂ ਜੀ, ਇਹ ਦੱਸਿਓ, ਜਗਦੀਸ਼ ਟਾਈਟਲਰ ਖਿਲਾਫ ਜਿਹੜੀ CBI ਨੇ ਇੱਕ ਵਿਸ਼ੇਸ਼ ਚਾਰਜ ਸ਼ੀਟ ਦਾਇਰ ਕੀਤੀ ਆ, ਉਹਦੇ ਤੇ ਸੁਣਵਾਈ 30 ਜੂਨ ਨੂੰ ਹੋਏਗੀ ਜੀ? ਜੀ ਬਿਲਕੁਲ, ਹੁਣ ਸੁਣਵਾਈ ਜਿਹੜੀ ਆ ਉਹ 30 ਜੂਨ ਨੂੰ ਕੀਤੀ ਜਾਏਗੀ ਤੇ ਫਿਰ ਉਸ ਤੋਂ ਬਾਅਦ ਕੋਈ ਢੁਕਵਾਂ ਹੁਕਮ ਹੋਏਗਾ। ਤੇ ਜੇ ਹੁਕਮ ਹੋ ਗਿਆ ਕਿ ਕੇਸ ਚੱਲਣਾ ਚਾਹੀਦਾ ਤਾਂ ਫਿਰ ਇਹ ਜਿਹੜਾ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਮਾਮਲਾ ਚੱਲੇਗਾ। ਤਾਂ ਦਰਅਸਲ ਇਹ ਚੱਲੇਗਾ MP MLAs ਵਾਸਤੇ ਜਿਹੜੀ ਸਪੈਸ਼ਲ ਕੋਰਟ ਬਣਦੀ ਹੈ। ਮਸਲਨ ਮੈਂ ਤੁਹਾਨੂੰ ਪਿਛੋਕੜ 'ਚ ਲੈ ਕੇ ਜਾਣਾ, ਥੋੜਾ ਜਿਹਾ ਦਾਗੀਆਂ ਦਾ ਮਸਲਾ ਸੀਗਾ ਜਿਹੜਾ ਸੁਪਰੀਮ ਕੋਰਟ 'ਚ ਗਿਆ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਦੇ ਵਾਸਤੇ ਹਾਈ ਕੋਰਟਾਂ ਨੂੰ ਹੁਕਮ ਦਿੱਤਾ ਸੀਗਾ ਕਿ ਤੁਹਾਡੀ ਨਿਗਰਾਨੀ ਦੇ ਵਿੱਚ ਬਈ ਸਾਰਾ ਕੁਝ ਦੇਖੋ, ਕਿੰਨਾ ਡਾਟਾ ਜਿਹੜਾ ਹੈ ਉਹ ਕੀ ਕਹਿੰਦਾ ਹੈ, ਕਿਸੇ ਹਿਸਾਬ ਕਿਤਾਬ ਦੇ ਕੇਸ ਚੱਲ ਰਹੇ ਨੇ ਲੀਡਰਾਂ ਤੇ, ਕਿੰਨਿਆਂ ਤੇ ਚਾਰਜ ਸ਼ੀਟ ਫਾਈਲ ਹੋ ਗਈ ਆ, ਕਿੰਨਿਆਂ ਦੀ ਜਾਂਚ ਪੜਤਾਲ ਦੇ ਨਾਮ ਤੇ ਉਦਾਂ ਹੀ ਜਿਹੜੀ ਕੇਸ ਵਾਲੀ ਹੈ ਕਹਾਣੀ ਰੱਦੂ ਬੱਦੂ ਕੀਤੀ ਗਈ ਆ। ਤਾਂ ਉਸ ਤੋਂ ਬਾਅਦ ਫਿਰ ਵਿਸ਼ੇਸ਼ ਅਦਾਲਤਾਂ ਦਾ ਗਠਨ ਜਿਹੜਾ ਉਹਦਾ ਰਸਤਾ ਸਾਫ਼ ਕੀਤਾ ਗਿਆ ਤਾਂ ਕਿ ਇਹ ਜਿਹੜੇ ਰਸੂਖਦਾਰ ਲੋਕ ਨੇ ਇਹਨਾਂ ਦੇ ਮੁਕੱਦਮੇ ਜਿਹੜੇ ਸਾਲਾਂ ਬੱਧੀ ਚਲੇ ਜਾਂਦੇ ਆ, ਇਹ ਦਾਗੀਆਂ ਦੇ ਮੁਕੱਦਮੇ ਛੇਤੀ ਨਿਬੜ ਜਾਣ। ਤਾਂ ਉਧਰੋਂ ਜੇ ਆਪਾਂ ਪੰਜਾਬ ਤੋਂ ਵੇਖੀਏ ਤਾਂ ਪੰਜਾਬ ਦੇ ਵਿੱਚ ਵੀ 100 ਤੋਂ ਵੱਧ ਇਸ ਤਰ੍ਹਾਂ ਦੇ ਮਾਮਲੇ ਹੈਗੇ ਨੇ ਜਿਹੜੇ ਵੱਖ-ਵੱਖ ਲੀਡਰਾਂ ਤੇ ਆ, ਉਹ MLA ਹੋਣ MP ਹੋਣ ਚਾਹੇ ਸਾਬਕਾ ਹੋਣ। ਤਾਂ ਇਹ ਵਿਸ਼ੇਸ਼ ਅਦਾਲਤਾਂ ਉਹਦਾ ਹੀ ਹਿੱਸਾ, ਕਿਉਂਕਿ ਜਗਦੀਸ਼ ਟਾਈਟਲਰ ਵੀ MP ਰਿਹਾ ਹੈ, ਇਹਦਾ ਮਾਮਲਾ ਵੀ ਗਿਆ ਚਲਾ ਵਿਸ਼ੇਸ਼ ਅਦਾਲਤ ਦੇ ਵਿੱਚ। ਤਾਂ ਇਹਦੇ 'ਚ ਇੱਕ ਚੰਗੀ ਗੱਲ ਇਹ ਹੋਏਗੀ ਕਿ ਜੇ ਟਰਾਇਲ ਦਾ ਰਸਤਾ ਪੱਧਰਾ ਹੋ ਜਾਂਦਾ ਤਾਂ ਟਰਾਇਲ ਜਿਹੜਾ ਉਹ ਛੇਤੀ ਹੋ ਸਕਦਾ ਹੈ। ਤਾਂ ਇਹ ਹੁਣ ਦੇਖਣਾ ਪਵੇਗਾ, ਸਿੱਖ ਜਥੇਬੰਦੀਆਂ ਨੂੰ ਵੀ ਦੇਖਣਾ ਪਵੇਗਾ ਕਿ ਚਾਰਾਜੋਈ ਜਿਹੜੀ ਹੈ ਉਹ ਤਾਂ ਚਲੋ ਹੁੰਦੀ ਪਈ ਆ ਦਹਾਕਿਆਂ ਤੋਂ, ਸਾਲਾਂ ਤੋਂ ਤਾਂ ਚੱਲੀ ਜਾਂਦੀ ਆ ਮਿਹਨਤ। ਤਾਂ ਹੁਣ ਪੈਰਵਾਈ ਜਿਹੜੀ ਆ ਠੋਕਵੀਂ ਹੋ ਜਾਣੀ ਚਾਹੀਦੀ ਹੈ ਤਾਂ ਕਿ ਇੱਕ ਕੋਈ ਹੁਕਮ ਜਿਹੜਾ ਆ ਜਾਵੇ। ਤੇ ਜੇ ਟਰਾਇਲ ਵਾਸਤੇ ਰਸਤਾ ਸਾਫ਼ ਹੁੰਦਾ ਤਾਂ ਫਿਰ ਜਲਦੀ ਟਰਾਇਲ ਕਰਾ ਲਿਆ ਜਾਣਾ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਜਗਦੀਸ਼ ਟਾਈਟਲਰ ਬਹੁਤ ਮੁਸ਼ਕਲ 'ਚ ਫਸੇਗਾ, ਬਹੁਤ ਮੁਸ਼ਕਲ 'ਚ ਫਸੇਗਾ, ਕਿਉਂਕਿ ਸਰਕਾਰ ਭਾਜਪਾ ਦੀ ਆ,
ਭਾਜਪਾ 2024 ਤੋਂ ਪਹਿਲਾਂ ਚਾਹੇਗੀ ਕਿ ਇੱਕ ਝਟਕਾ ਇਹੋ ਜਿਹਾ ਇੱਕ ਹੋਰ ਦੇ ਦਿੱਤਾ ਜਾਵੇ ਤਾਂ ਕਿ ਉਹ ਜੋ ਉਹਨਾਂ ਦੀ ਛਵੀ ਹੈ ਘੱਟ ਗਿਣਤੀਆਂ ਵਿਰੋਧੀ ਉਹਦੇ ਤੇ ਥੋੜਾ ਜਿਹਾ ਕੰਮ ਕੀਤਾ ਜਾ ਸਕੇ। ਮਿੰਟੂ ਜੀ, ਇਹ ਕਿਹੜੀ ਜਗ੍ਹਾ ਦੀ ਘਟਨਾ ਹੈ ਵੀ ਇੱਕ ਵਿਅਕਤੀ ਜਿਸ ਨੂੰ ਕਿ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ, ਉਹ ਮੁਰਦਾ 5 ਦਿਨਾਂ ਬਾਅਦ ਦੁਬਾਰਾ ਜ਼ਿੰਦਾ ਹੋ ਗਿਆ ਜੀ? ਦੇਖੋ, ਬੜੀਆਂ ਅਜੀਬ ਗੱਲਾਂ ਨਿਕਲ ਕੇ ਆਉਂਦੀਆਂ ਪਈਆਂ ਨੇ। ਇਹ ਉੜੀਸਾ ਦਾ ਹੀ ਮਸਲਾ ਹੈ ਜੋ ਬਲੇਸ਼ਵਰ ਦੇ ਵਿੱਚ ਇੱਕ ਬੜੀ ਵੱਡੀ ਰੇਲ ਦੁਰਘਟਨਾ ਹੋਈ, ਉਸ ਦੇ ਵਿੱਚ ਤੁਹਾਨੂੰ ਪਤਾ ਹੈ 350 ਦੇ ਕਰੀਬ ਮੌਤਾਂ ਹੋਈਆਂ। ਤਾਂ ਤੁਸੀਂ ਇੱਕ ਸ਼ਾਇਦ ਵੀਡੀਓ ਦੇਖੀ ਹੋਏਗੀ ਜਾਂ ਫੋਟੋ ਦੇਖੀ ਹੋਏਗੀ ਕਿ ਜਿਹਦੇ 'ਚ ਲਾਸ਼ਾਂ ਨਾ ਇੱਕ ਖੁੱਲੀ ਜੀਪ ਦੇ ਵਿੱਚ ਲੱਦੀਆਂ ਜਾ ਰਹੀਆਂ ਨੇ, ਐ ਸੁੱਟੀਆਂ ਜਾ ਰਹੀਆਂ, ਢੇਰ ਲੱਗਾ ਹੋਇਆ ਹੈ। ਜਿੱਦਾਂ ਕਈ ਵਾਰ ਆਪਾਂ ਦੇਖਦੇ ਹਾਂ ਨਾ ਕਿ ਪਸ਼ੂ ਮਰੇ ਹੁੰਦੇ ਨੇ ਤੇ 2-3 ਇੱਕ ਦੂਜੇ ਤੇ ਟਰਾਲੀ ਤੇ ਸੁੱਟੇ ਹੁੰਦੇ, ਇਸ ਤਰ੍ਹਾਂ। ਤਾਂ ਇੱਕ ਤਾਂ ਉਹ ਬੜੀ ਆਵਾਜ਼ਾਰੀ ਹੋਈ ਉਸ ਤਸਵੀਰ ਨੂੰ ਦੇਖ ਕੇ, ਉਸ ਫੋਟੋ ਨੂੰ ਦੇਖ ਕੇ। ਤਾਂ ਦੂਜੇ ਪਾਸੇ ਹੁਣ ਇੱਕ ਨਵੀਂ ਗੱਲ ਨਿਕਲੀ ਹੈ ਕਿ ਇੱਕ ਕਮਰੇ ਦੇ ਵਿੱਚ ਲਾਸ਼ਾਂ ਦਾ ਢੇਰ ਲੱਗਾ ਸੀਗਾ ਜੀ, ਤੇ ਜਦੋਂ ਕੋਈ ਕਰਮਚਾਰੀ ਗਿਆ ਸ਼ਨਾਖਤ ਵਾਸਤੇ ਜਾਂ ਮੁਆਇਨੇ ਵਾਸਤੇ ਤਾਂ ਦੱਸਦੇ ਆ ਕਿ ਇੱਕ ਲਾਸ਼ ਨੇ ਕਰਮਚਾਰੀ ਦਾ ਪੈਰ ਫੜ ਲਿਆ ਕਿ ਵੀਰੇ ਮੈਂ ਜਿੰਦਾ ਹਾਂ, ਪਲੀਜ਼ ਮੈਨੂੰ ਪਾਣੀ ਪਿਆ। 5 ਦਿਨ ਬਾਅਦ ਤਾਂ ਜਦੋਂ ਆਵਾਜ਼ ਆਈ ਉਹ ਤੇ ਠੰਬਰ ਗਿਆ, ਉਹਦੇ ਤੇ ਭਾਦੀਆਂ ਬਣ ਗਿਆ, ਉਹ ਤਾਂ ਨਿਕਲ ਨੂੰ ਫਿਰੇ ਕਿ ਛੱਡ ਭਰਾਵਾ ਮੈਨੂੰ ਜਾਣ ਦਿਓ, ਤਾਂ ਕੰਬਣ ਲੱਗ ਗਿਆ। ਪਰ ਫਿਰ ਉਹਨੂੰ ਪਤਾ ਲੱਗਿਆ, ਥੋੜਾ ਸਹਿਜ ਹੋਇਆ ਕਿ ਹਾਂ ਇਹ ਤਾਂ ਯਾਰ ਬੰਦਾ ਜਿਉਂਦਾ ਹੈ। ਫਿਰ ਇਹ ਨਿਕਲਿਆ ਕਿ 35 ਸਾਲ ਦਾ ਉਹ ਰਾਵਿਨ ਸੀਗਾ ਮੁੰਡਾ, ਜਿਹਨੂੰ ਇਹਨਾਂ ਨੇ ਜਿਉਂਦੇ ਨੂੰ ਲਾਸ਼ਾਂ ਦੇ ਵਿੱਚ ਸੁੱਟ ਦਿੱਤਾ। ਹਿਸਾਬ ਲਾ ਲਓ ਇੰਨੀ ਸੰਵੇਦਨਹੀਨਤਾ ਹੈ। ਇਹ ਦੂਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਇੱਕ ਹੋਰ ਹੋਇਆ ਜਿਹੜਾ 2 ਦਿਨ ਪਹਿਲਾਂ ਹੈ। ਇੱਕ ਮੁੰਡਾ ਟੈਲੀਫੋਨ ਕਰਦਾ ਹੈ ਹਾਦਸੇ ਤੋਂ ਬਾਅਦ, ਬਾਪ ਨੂੰ ਦੱਸਦਾ ਕਿ ਮੈਂ ਬਚ ਗਿਆ। ਉਸ ਤੋਂ ਬਾਅਦ ਉਹਦਾ ਟੈਲੀਫੋਨ ਸਵਿਚ ਆਫ ਹੋ ਜਾਂਦਾ ਹੈ। ਬਾਪ ਕੀ ਕਰਦਾ, 35 ਕਿਲੋਮੀਟਰ ਦੂਰ ਸੀ, ਦਵਾ ਦਵ ਗੱਡੀ ਭਜਾਉਂਦਾ, ਰਿਸ਼ਤੇਦਾਰ ਨੂੰ ਨਾਲ ਲੈਂਦਾ, ਕਿਰਾਏ ਤੇ ਗੱਡੀ ਉਹਨਾਂ ਨੇ ਲਈ। ਉਹ ਉੱਥੇ ਪਹੁੰਚਦੇ ਕਹਿੰਦੇ ਜੀ ਉੱਥੇ ਮਰ ਚੁੱਕਾ ਹੈ। ਅੱਛਾ ਜੀ, ਲਾਸ਼ ਕਿੱਥੇ ਹੈ? ਕਹਿੰਦੇ ਜੀ ਮੋਰਚਰੀ 'ਚ। ਉਹ ਮੋਰਚਰੀ 'ਚ ਜਾਵੇ ਤੇ ਆਖੇ ਬਈ ਮੈਨੂੰ ਲਾਸ਼ ਵਿਖਾਓ, ਮੈਨੂੰ ਯਕੀਨ ਨਹੀਂ ਆਉਂਦਾ, ਮੁੰਡਾ ਮੇਰਾ ਜਿਉਂਦਾ ਹੈ, ਯਕੀਨ ਨਹੀਂ ਆਉਂਦਾ ਮੈਨੂੰ ਜੀ, ਮੇਰਾ ਦਿਲ ਆਂਦਾ। ਹੁਣ ਤੁਹਾਨੂੰ ਪਤਾ ਨਾ ਮਾਪਿਆਂ ਦੀਆਂ ਆਂਦਰਾਂ ਤੜਫਦੀਆਂ ਨੇ। ਜੀ ਬਿਲਕੁਲ। ਤੇ ਉਹ ਮੋਰਚਰੀ ਦਾ ਜਿਹੜਾ ਅੱਗੇ ਗਾਰਡ ਸੀਗਾ, ਨਿਗਰਾਨ ਸੀਗਾ ਜਿਹੜਾ, ਉਹ ਆਖੇ ਨਹੀਂ ਮੈਂ ਤੈਨੂੰ ਅੰਦਰ ਨਹੀਂ ਵੜਨ ਦੇਣਾ। ਉਹ ਕਿਤੇ ਆਸੇ ਪਾਸੇ ਹੋਇਆ, ਉਹ ਵਿਚਾਰਾ ਬੁੱਢਾ ਬਾਪ ਸੀ, ਭੱਜ ਕੇ ਅੰਦਰ ਵੜਿਆ ਤੇ ਉਹ ਲਾਸ਼ਾਂ ਦੇ ਵਿੱਚੋਂ ਇੱਕ ਹੱਥ ਹਿੱਲਦਾ ਦਿਖਾਈ ਦਿੱਤਾ। ਤਾਂ ਹੁਣ ਮਾਪਿਆਂ ਨੂੰ ਤੇ ਤੁਹਾਨੂੰ ਪਤਾ ਨਾ ਉਂਗਲ ਵੀ ਦਿਸ ਜਾਵੇ ਬੇਟੇ ਦੀ ਬੇਟੀ ਦੀ, ਉਹਨਾਂ ਨੂੰ ਝੱਟ ਪਛਾਣ ਆ ਜਾਂਦੀ। ਉਹਨੇ ਆਖਿਆ ਮੁੰਡਾ ਤੇ ਮੇਰਾ ਉਹ ਪਿਆ ਜੀ। ਤੇ ਫਿਰ ਵੇਖਿਆ ਤੇ ਉਹ ਵੀ ਜਾਂਦਾ ਸੀਗਾ। ਹਿਸਾਬ ਲਾ ਲਓ ਆ ਕਿ ਹਾਦਸੇ ਤੋਂ ਬਾਅਦ ਕੀ ਹੋਣ ਡਿਆ, ਇਹੋ ਜਿਹੀਆਂ ਹੋਣੀਆਂ ਵਾਪਰਨ ਡਈਆਂ ਨੇ। ਸੋ ਇਹ 2 ਖੁਸ਼ਕਿਸਮਤ ਕੇਸ ਸੀਗੇ ਜਿਹੜੇ ਬਈ ਕਈ ਦਿਨਾਂ ਬਾਅਦ ਵੀ ਜਿਉਂਦੇ ਮਿਲੇ ਆ। ਪਰ ਮੇਰੇ ਖਿਆਲ ਦੇ ਨਾਲ ਇੱਥੋਂ ਦੇ ਸਿਸਟਮ ਦੀ ਜ਼ਮੀਰ ਮਰ ਚੁੱਕੀ ਆ। ਸੰਵੇਦਨਾ ਸਾਡੇ ਇਨਸਾਨਾਂ ਦੇ ਹਿਰਦਿਆਂ ਚੋਂ ਕਿਤੇ ਨਾ ਕਿਤੇ ਕਹਿ ਲਈਏ ਕਿ ਮਨਫੀ ਹੋ ਚੁੱਕੀ ਆ। ਮਿੰਟੂ ਜੀ, ਇਸ ਤੋਂ ਬਾਅਦ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਨਾ ਬਣਦੀ ਹੈ ਜੀ। ਖੈਰ, ਖੁਸ਼ਨੁਮਾ ਖਬਰ ਬੱਚਿਆਂ ਦੀ ਲੈਣੇ ਆ। ਦੇਖੋ, ਬੱਚਿਆਂ ਦੀ ਖੁਸ਼ਨੁਮਾ ਖਬਰ ਜਦੋਂ ਲਈਏ ਤਾਂ ਥੋੜਾ ਸਕੂਨ ਮਿਲਦਾ, ਕਿਉਂਕਿ ਫਿਊਚਰ ਨੇ ਕਿ ਆਉਣ ਵਾਲੀਆਂ ਇਹ ਜੋ ਅੱਜ ਦੀਆਂ ਗਲਤ ਗੱਲਾਂ ਨੇ, ਜੋ ਗਲਤ ਚੀਜ਼ਾਂ ਨੇ, ਫਿਰਤਾਂ ਨੇ, ਸ਼ਾਇਦ ਇਹ ਬਦਲ ਦੇਣਗੇ। ਤਾਂ ਇੱਕ ਬੇਟੀ ਬਦਲ ਰਹੀ ਹੈ, ਉਹ ਬਦਲ ਰਹੀ ਹੈ ਸੋਚ ਨੂੰ ਵੀ, ਉਹ ਬਦਲ ਰਹੀ ਹੈ ਇੰਡੀਆ ਦੇ ਮੁਸਤਕਬਲ ਨੂੰ ਵੀ। ਤਾਂ 7 ਸਾਲ ਦੀ ਅਨੁਪ੍ਰਿਆ ਸ਼ਤਰੰਜ ਦੇ ਵਿੱਚ ਦੁਨੀਆ ਦੀ ਨੰਬਰ 1 ਖਿਡਾਰੀ ਬਣੀ ਹੈ। ਕਿਉਂਕਿ ਇਹਨਾਂ ਦੀ ਰੇਟਿੰਗ ਇਹਨਾਂ ਦੀ ਚੱਲਦੀ ਰਹਿੰਦੀ ਹੈ, ਰੈਂਕਿੰਗ ਵਾਲੀ ਕਹਾਣੀ। ਤਾਂ ਅੰਡਰ 7 ਇੱਕ ਇਹਨਾਂ ਦਾ ਮੁਕਾਬਲਾ ਹੁੰਦਾ 60 ਖਾਨਿਆਂ ਵਾਲਾ। ਤਾਂ ਉਹਦੇ 'ਚ ਫਰਾਂਸ ਦੀ ਬੂਨੀ ਨੂੰ ਪਿੱਛੇ ਛੱਡ ਕੇ ਪਹਿਲਾ ਨੰਬਰ ਹਾਸਲ ਕੀਤਾ, ਮਤਲਬ ਕਿ 7 ਸਾਲਾਂ ਦੀ ਬੇਟੀ। ਅੰਡਰ 7 ਬੱਚਿਆਂ ਨੂੰ ਦੇਖ ਕੇ, ਹਾਂਜੀ ਅੰਡਰ 7 ਜੀ, ਅੰਡਰ 7 ਦੂਜੀ ਕਲਾਸ ਦੇ ਵਿੱਚ ਪੜ੍ਹਦੀ। ਇੰਡੀਆ ਦੇ ਵਿੱਚ ਵੈਸੇ ਤਾਂ ਤੁਹਾਨੂੰ ਪਤਾ ਨਾ ਕਿ ਵਿਸ਼ਵਨਾਥਨ ਵੀ ਇੱਥੋਂ ਦਾ ਹੀ ਹੈ। ਜੀ ਬਿਲਕੁਲ। ਖੈਰ, ਉਧਰੋਂ ਗੈਰੀ ਕਾਸਪਰੋਵ ਸ਼ਾਇਦ ਹੁੰਦਾ ਸੀ। ਬੜਾ ਇਹਨਾਂ ਦਾ ਬੜਾ ਭੀਸ਼ਣ ਮੁਕਾਬਲਾ ਜਿਵੇਂ ਕਹਿੰਦੇ, ਬੜਾ ਤਿੱਖਾ ਮੁਕਾਬਲਾ ਹੁੰਦਾ ਸੀਗਾ। ਖੈਰ, ਇਹ ਭਵਿੱਖ ਹੈ ਜੀ ਆਉਣ ਵਾਲਾ, ਤੇ ਬਹੁਤ ਤੇਜ਼ ਤਰਾਰ ਬੱਚੇ ਨਿਕਲ ਰਹੇ ਨੇ। ਖੈਰ, ਸ਼ੁਭ ਕਾਮਨਾਵਾਂ ਜੀ ਅਗਲੇ ਕੈਰੀਅਰ ਵਾਸਤੇ ਜੀ।